Okay, good afternoon, everyone. So, we have discussed about the properties like ionization enthalpy, electronegativity, electron gain enthalpy, ठीक है, and their variation in periodic table. ठीक है, ये सारियां प्रॉपर्टीज़ ਆਪਾਂ डिस्कस कर चुके हैं including their variation in the periodic table. Also we have discussed about the factors affecting them. ठीक है, ਬਾਕੀ जो कि exceptions ਹੈਗੀਆਂ ਉਹ ਵੀ ਆਪਾਂ डिस्कस ਕੀਤੀਆਂ ਨੇ. ਠੀਕ ਹੈ, ਤੇ ਇਹ ਸਾਰੇ ਟੌਪਿਕਸ ਕਵਰ ਕਰਨ ਤੋਂ ਬਾਅਦ ਹੁਣ ਆਪਣੇ ਕੋਲੇ ਨੈਕਸਟ ਐਂਡ ਲਾਸਟ ਟੌਪਿਕ ਇਹਦੇ ਵਿੱਚ ਕਿ ਜਿਹੜਾ ਹੈਗਾ periodicity in chemical properties ਜਾਂ ਕਹਿ ਲਓ ਕੈਮੀਕਲ ਰਿਐਕਟੀਵਿਟੀ ਕਿ ਰਿਐਕਟੀਵਿਟੀ ਕਿਵੇਂ ਵੇਰੀ ਕਰਦੀ ਹੈ। ਅਗਰ ਆਪਾਂ ਕੈਮੀਕਲੀ ਰਿਐਕਟ ਕਰਨ ਦੀ ਗੱਲ ਕਰੀਏ ਕਿ ਕਿਹੜੇ ਐਲੀਮੈਂਟਸ ਪੀਰੀਓਡਿਕ ਟੇਬਲ ਦੇ ਜ਼ਿਆਦਾ ਰਿਐਕਟਿਵ ਹੋਣਗੇ, ਕਿਹੜੇ ਘੱਟ ਹੋਣਗੇ, ਠੀਕ ਹੈ, ਤਾਂ ਕਿਉਂ ਹੋਣਗੇ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਹਨਾਂ ਪ੍ਰੋਪਰਟੀਜ਼ ਤੋਂ ਹੀ ਪਤਾ ਲੱਗੂਗਾ। ਠੀਕ ਹੈ, ਜਾਂ ਹੋਰ ਵੇਰੀਏਸ਼ਨਸ ਨੇ ਜਿਵੇਂ ਆਕਸੀਡੇਸ਼ਨ ਸਟੇਟ ਦੀ ਵੇਰੀਏਸ਼ਨ ਹੋ ਗਈ, ਮੈਟੈਲਿਕ ਨਾਨ ਮੈਟੈਲਿਕ ਕਰੈਕਟਰ ਦੀ ਵੇਰੀਏਸ਼ਨ ਹੋ ਗਈ, ਠੀਕ ਹੈ, ਅਤੇ ਜਾਂ ਆਪਣੇ ਕੋਲੇ ਕੀ ਹੈ ਇੱਕ ਹੋਰ ਹੈ ਡਾਇਗਨਲ ਰਿਲੇਸ਼ਨਸ਼ਿਪ। ਠੀਕ ਹੈ, ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਅਤੇ ਇਹਦੇ ਵਿੱਚ ਹੁਣ ਆਪਣੇ ਕੋਲੇ ਹੈਗਾ ਸਭ ਤੋਂ ਪਹਿਲਾਂ ਕਿ ਕੈਮੀਕਲ ਰਿਐਕਟੀਵਿਟੀ ਕਿਵੇਂ ਇਫੈਕਟ ਹੁੰਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨਾਲ। ਹੁਣ ਆਪਾਂ ਨੂੰ ਪਤਾ ਹੈ ਕਿ ਆਇਨਾਈਜੇਸ਼ਨ ਐਂਥੈਲਪੀ ਹੈ ਜਿਹੜੀ ਉਹ ਅਲੋਂਗ ਦਾ ਪੀਰੀਅਡ, ਠੀਕ ਹੈ, ਐਂਡ ਅਲੋਂਗ ਦਾ ਗਰੁੱਪ ਆਪਾਂ ਇੱਕ ਥੋੜ੍ਹਾ ਜਿਹਾ ਟੇਬਲ ਹੀ ਬਣਾ ਲੈਂਦੇ ਹਾਂ। ਇੱਥੇ ਆਪਣੇ ਕੋਲੇ ਆਇਨਾਈਜੇਸ਼ਨ ਐਂਥੈਲਪੀ ਅਲੋਂਗ ਦਾ ਪੀਰੀਅਡ ਇਹ ਡਿਕਰੀਜ਼ ਕਰ ਰਹੀ ਹੈ, ਅਲੋਂਗ ਦਾ ਗਰੁੱਪ ਇਹ ਇਨਕਰੀਜ਼ ਕਰਦੀ ਹੈ। ਇਲੈਕਟ੍ਰੋਨ ਗੇਨ ਐਂਥੈਲਪੀ ਵੀ ਅਲੋਂਗ ਦਾ ਪੀਰੀਅਡ ਕੀ ਕਰਦੀ ਹੈ, ਇਹ ਇਨਕਰੀਜ਼, ਅਲੋਂਗ ਦਾ ਗਰੁੱਪ ਇਹ ਕੀ ਕਰਦੀ ਹੈ, ਡਿਕਰੀਜ਼ ਕਰਦੀ ਹੈ। ਠੀਕ ਹੈ, ਇਲੈਕਟ੍ਰੋਨੈਗੇਟਿਵਿਟੀ ਦਾ ਸੇਮ ਟ੍ਰੈਂਡ ਹੈ ਕਿ ਅਲੋਂਗ ਦਾ ਪੀਰੀਅਡ ਇਨਕਰੀਜ਼, ਅਲੋਂਗ ਦਾ ਗਰੁੱਪ ਇਹ ਡਿਕਰੀਜ਼ ਕਰ ਰਹੀ ਹੈ। ਠੀਕ ਹੈ, ਹੁਣ ਦੇਖੋ ਜਦੋਂ ਆਪਣੇ ਕੋਲੇ ਅਲੋਂਗ ਦਾ ਪੀਰੀਅਡ ਕੀ ਹੈ, ਇਹ ਚੀਜ਼ ਡਿਕਰੀਜ਼ ਕਰ ਰਹੀ ਹੈ, ਇਹ ਕੀ ਕਰ ਰਹੀ ਹੈ, ਅਲੋਂਗ ਦਾ ਗਰੁੱਪ ਇਹ ਕੀ ਕਰ ਰਹੀ ਹੈ, ਇਨਕਰੀਜ਼ ਕਰ ਰਹੀ ਹੈ। ਤਾਂ ਮਤਲਬ ਜਦੋਂ ਆਪਣੇ ਕੋਲੇ ਐਕਸਟ੍ਰੀਮ ਪੀਰੀਓਡਿਕ ਟੇਬਲ ਦੀ ਇਹ ਚੀਜ਼ ਹੈਗੀ ਹੈ ਐਕਸਟ੍ਰੀਮ ਲੈਫਟ, ਇਹ ਐਕਸਟ੍ਰੀਮ ਰਾਈਟ ਹੋ ਗਈ। ਠੀਕ ਹੈ, ਤਾਂ ਐਕਸਟ੍ਰੀਮ ਲੈਫਟ ਹੋ ਗਈ ਆਪਣੇ ਕੋਲੇ ਪੀਰੀਓਡਿਕ ਟੇਬਲ ਦੀ, ਐਕਸਟ੍ਰੀਮ ਰਾਈਟ ਹੋ ਗਈ। ਐਕਸਟ੍ਰੀਮ ਲੈਫਟ 'ਤੇ ਆਪਣੇ ਕੋਲੇ ਜਿਹੜੀ ਆਇਨਾਈਜੇਸ਼ਨ ਐਂਥੈਲਪੀ ਹੈ ਉਹ ਕੀ ਹੈ ਕਿ ਇੱਧਰ ਨੂੰ ਆਪਣੇ ਕੋਲੇ ਆਇਨਾਈਜੇਸ਼ਨ ਐਂਥੈਲਪੀ ਡਿਕਰੀਜ਼ ਹੋ ਰਹੀ ਹੈ ਅਤੇ ਇੱਥੇ ਆਇਨਾਈਜੇਸ਼ਨ ਐਂਥੈਲਪੀ ਮੈਕਸੀਮਮ ਹੈ ਅਤੇ ਇੱਥੇ ਆਇਨਾਈਜੇਸ਼ਨ ਐਂਥੈਲਪੀ ਕੀ ਹੈ, ਲੀਸਟ ਹੈ, ਮਿਨੀਮਮ ਹੈ। ਇਲੈਕਟ੍ਰੋਨ ਗੇਨ ਐਂਥੈਲਪੀ ਇੱਥੇ ਆਪਣੇ ਕੋਲੇ ਕੀ ਹੈ, ਅਲੋਂਗ ਦਾ ਪੀਰੀਅਡ ਇਹ ਕੀ ਕਰ ਰਹੀ ਹੈ, ਇਨਕਰੀਜ਼ ਕਰ ਰਹੀ ਹੈ, ਅਲੋਂਗ ਦਾ ਪੀਰੀਅਡ ਇਨਕਰੀਜ਼ ਕਰ ਰਹੀ ਹੈ ਅਤੇ ਇੱਥੇ ਇਹ ਕੀ ਹੈ, ਲੀਸਟ ਹੈ, ਇੱਥੇ ਕੀ ਹੈ, ਇਹ ਮੈਕਸੀਮਮ ਹੈ। ਤਾਂ ਮਤਲਬ ਜਿਹੜੀਆਂ ਪ੍ਰੋਪਰਟੀਜ਼ ਨੂੰ ਐਕਸਟ੍ਰੀਮ ਲੈਫਟ ਅਤੇ ਐਕਸਟ੍ਰੀਮ ਜਿਹੜੀਆਂ ਹੈਗੀਆਂ ਰਾਈਟ ਆ ਉੱਥੇ ਜਾ ਕੇ ਇਹਨਾਂ ਦੀ ਵੈਲਿਊ ਜਾਂ ਤਾਂ ਮੈਕਸੀਮਮ ਹੁੰਦੀ ਹੈ ਜਾਂ ਕੀ ਹੁੰਦੀ ਹੈ, ਮਿਨੀਮਮ ਹੁੰਦੀ ਹੈ। ਤਾਂ ਉਵੇਂ ਆਪਣੇ ਕੋਲ ਜਿਹੜੀ ਕੈਮੀਕਲ ਰਿਐਕਟੀਵਿਟੀ ਆ ਉਹ ਐਕਸਟ੍ਰੀਮ ਲੈਫਟ ਅਤੇ ਐਕਸਟ੍ਰੀਮ ਰਾਈਟ 'ਤੇ ਕੀ ਹੋਏਗੀ, ਮੈਕਸੀਮਮ ਹੋਏਗੀ। ਠੀਕ ਹੈ, ਕੈਮੀਕਲ ਰਿਐਕਟੀਵਿਟੀ ਮੈਕਸੀਮਮ ਐਟ ਐਕਸਟ੍ਰੀਮ ਲੈਫਟ ਅਤੇ ਐਕਸਟ੍ਰੀਮ ਰਾਈਟ 'ਤੇ ਕੀ ਹੋਏਗੀ, ਮੈਕਸੀਮਮ ਹੋਏਗੀ। ਠੀਕ ਹੈ, ਇਨ ਬਿਟਵੀਨ ਜਦੋਂ ਆਪਣੇ ਕੋਲ ਸੈਂਟਰ ਹੈ ਤਾਂ ਇੱਥੇ ਕੈਮੀਕਲ ਰਿਐਕਟੀਵਿਟੀ ਘੱਟ ਜਾਏਗੀ, ਲੈਸ ਹੋਏਗੀ ਐਜ਼ ਕੰਪੇਅਰ ਟੂ ਦ ਐਕਸਟ੍ਰੀਮਸ। ਠੀਕ ਹੈ, ਅਤੇ ਇੱਥੇ ਇਨ ਸੈਂਟਰ ਕੈਮੀਕਲ ਰਿਐਕਟੀਵਿਟੀ ਵਿਲ ਬੀ ਲੈਸ, ਅਤੇ ਜਿਹੜੀਆਂ ਆਪਣੇ ਕੋਲ ਹੈਗੀਆਂ ਐਕਸਟ੍ਰੀਮ ਰਾਈਟ ਅਤੇ ਐਕਸਟ੍ਰੀਮ ਲੈਫਟ ਨੇ ਇੱਥੇ ਆਪਣੇ ਕੋਲ ਕੀ ਹੈ, ਕੈਮੀਕਲ ਰਿਐਕਟੀਵਿਟੀ ਮੈਕਸੀਮਮ ਹੈ। ਕਿਉਂ ਮੈਕਸੀਮਮ ਆ, ਹੁਣ ਇਹ ਦੇਖੋ ਆਇਨਾਈਜੇਸ਼ਨ ਐਂਥੈਲਪੀ ਹੈ ਜਿਹੜੀ, ਠੀਕ ਹੈ, ਇੱਧਰ ਨੂੰ ਆਪਣੇ ਕੋਲ ਅਲੋਂਗ ਦਾ ਪੀਰੀਅਡ ਇਨਕਰੀਜ਼ ਕਰ ਰਹੀ ਹੈ, ਸੌਰੀ ਇੱਥੇ ਮੈਕਸੀਮਮ ਆਏਗਾ, ਇੱਥੇ ਕੀ ਆਏਗੀ, ਮਿਨੀਮਮ। ਠੀਕ ਹੈ, ਮਤਲਬ ਕਿ ਇਹ ਈਜ਼ੀਲੀ ਇਲੈਕਟ੍ਰੋਨ ਲੂਜ਼ ਕਰ ਦੇਣਗੇ। ਠੀਕ ਹੈ, ਇਲੈਕਟ੍ਰੋਨ ਈਜ਼ੀਲੀ ਲੂਜ਼ ਕਰਨਗੇ ਤਾਂ ਮਤਲਬ ਬੌਂਡ ਬਣਾਉਣ ਲਈ ਜਲਦੀ ਇਹ ਹੈਗੇ ਰੈਡੀ ਹੈ ਇਹ ਐਲੀਮੈਂਟਸ। ਅਗਰ ਇਹ ਬੌਂਡ ਬਣਾਉਣ ਲਈ ਜਲਦੀ ਰੈਡੀ ਹੋ ਜਾਣਗੇ ਇਟ ਮੀਨਸ ਇਹਨਾਂ ਦੀ ਰਿਐਕਟੀਵਿਟੀ ਕੀ ਹੈ, ਜ਼ਿਆਦਾ। ਉਵੇਂ ਐਕਸਟ੍ਰੀਮ ਲੈਫਟ 'ਤੇ ਆਪਣੇ ਕੋਲ ਇਲੈਕਟ੍ਰੋਨ ਗੇਨ ਐਂਥੈਲਪੀ ਕੀ ਹੁੰਦੀ ਹੈ, ਮੈਕਸੀਮਮ, ਮਤਲਬ ਇਹ ਇਲੈਕਟ੍ਰੋਨ ਗੇਨ ਜਲਦੀ ਕਰਨਗੇ, ਇਲੈਕਟ੍ਰੋਨ ਗੇਨ ਜਲਦੀ ਕਰਨਗੇ ਮੀਨਸ ਇਹਨਾਂ ਦੀ ਰਿਐਕਟੀਵਿਟੀ ਜ਼ਿਆਦਾ ਹੈ। ਠੀਕ ਹੈ, ਤਾਂ ਐਕਸਟ੍ਰੀਮ ਲੈਫਟ ਅਤੇ ਐਕਸਟ੍ਰੀਮ ਰਾਈਟ 'ਤੇ ਆਪਣੇ ਕੋਲ ਜਿਹੜੀਆਂ ਕੈਮੀਕਲ ਰਿਐਕਟੀਵਿਟੀਜ਼ ਉਹ ਜ਼ਿਆਦਾ ਹੁੰਦੀਆਂ। ਠੀਕ ਹੈ, ਸੈਂਟਰ ਦੇ ਵਿੱਚ ਐਜ਼ ਕੰਪੇਅਰ ਟੂ ਐਕਸਟ੍ਰੀਮਸ ਘੱਟ ਹੁੰਦੀ ਹੈ। ਨਾਓ ਵੀ ਆਰ ਗੋਇੰਗ ਟੂ ਡਿਸਕਸ ਅਬਾਊਟ ਦ ਆਕਸੀਡੇਸ਼ਨ ਸਟੇਟਸ, periodicity or variation in the periodic table, periodicity in oxidation state or valency,
ठीक है, ਇਨਕਲੂਡਿੰਗ ਵੈਲੈਂਸੀ ਵੀ ਹੈ ਤੇ ਵੈਲੈਂਸ ਸ਼ੈਲ ਇਲੈਕਟ੍ਰੋਨਸ। ਇਹ ਸਾਰੀਆਂ ਚੀਜ਼ਾਂ ਦੀ ਵੇਰੀਏਸ਼ਨ ਜਿਹੜੀ ਹੈਗੀ ਆਪਾਂ ਪੜ੍ਹਨੀ ਹੈ, ਠੀਕ ਹੈ। ਔਰ ਜਦੋਂ ਇਹ ਚੀਜ਼ ਆਪਾਂ ਡਿਸਕਸ ਕਰਾਂਗੇ ਆਪਾਂ ਐਸ ਤੇ ਪੀ ਬਲੋਕ ਨੂੰ ਡਿਸਕਸ ਕਰਾਂਗੇ ਇੱਕ ਵਾਰੀ, ਕਿਉਂਕਿ ਡੀ ਬਲੋਕ ਦੀ ਆਕਸੀਡੇਸ਼ਨ ਸਟੇਟਸ ਡਿਫਰੈਂਟ ਹੁੰਦੀਆਂ ਹਰੇਕ ਐਲੀਮੈਂਟ ਦੀਆਂ, ਕੋਈ 5 ਸ਼ੋ ਕਰ ਰਿਹਾ, ਕੋਈ 4 ਸ਼ੋ ਕਰ ਰਿਹਾ, ਕੋਈ ਕਿਵੇਂ ਕਰ ਰਿਹਾ, ਠੀਕ ਹੈ। ਤਾਂ ਆਪਾਂ ਸਿਰਫ ਐਸ ਤੇ ਪੀ ਬਲੋਕ ਨੂੰ ਇੱਕ ਵਾਰੀ ਡਿਸਕਸ ਕਰਾਂਗੇ ਇੱਥੇ। ਆਕਸੀਡੇਸ਼ਨ ਸਟੇਟ ਆਪ ਮੈਂ ਤੁਹਾਨੂੰ ਆਲਰੇਡੀ ਇਲੈਕਟ੍ਰੋਨੈਗੇਟਿਵਿਟੀ 'ਚ ਵੀ ਦੱਸਿਆ ਸੀ ਤੇ ਇੱਥੇ ਵੀ ਦੱਸ ਰਹੀ ਹਾਂ ਕਿ ਆਪਾਂ ਰਿਡੌਕਸ ਰਿਐਕਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਬਾਕੀ ਇੱਥੇ ਤੁਸੀਂ ਸਿਰਫ ਇੰਨਾ ਕਰ ਸਕਦੇ ਹੋ ਕਿ ਚਾਰਜ ਆਫ ਦਾ ਐਟਮ, ਇੰਨਾ ਕਿ ਇੱਕ ਵਾਰੀ ਯਾਦ ਕਰ ਸਕਦੇ ਹੋ, ਠੀਕ ਹੈ। ਵੈਲੈਂਸੀ ਕੀ ਹੁੰਦੀ ਹੈ? ਬੌਂਡਿੰਗ ਕੈਪੈਸਿਟੀ, ਮਤਲਬ ਜਿੰਨੇ ਬੌਂਡਸ ਬਣਾ ਰਿਹਾ ਕੋਈ ਐਲੀਮੈਂਟ ਦਾ ਐਟਮ, ਉਹ ਉਹਦੀ ਕੀ ਹੈ? ਵੈਲੈਂਸੀ ਹੈ। ਵੈਲੈਂਸ ਸ਼ੈਲ ਇਲੈਕਟ੍ਰੋਨਸ ਮੀਨਸ ਇਲੈਕਟ੍ਰੋਨਸ ਪ੍ਰੈਜ਼ੈਂਟ ਇਨ ਵੈਲੈਂਸ ਸ਼ੈਲ, ਠੀਕ ਹੈ। ਲਾਸਟ ਸ਼ੈਲ ਦੇ ਵਿੱਚ ਜਿੰਨੇ ਇਲੈਕਟ੍ਰੋਨਸ ਪ੍ਰੈਜ਼ੈਂਟ ਨੇ, ਔਰ ਜਿਹੜੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨਸ ਹੁੰਦੇ ਆ ਉਹ ਰਿਸਪੋਂਸੀਬਲ ਹੁੰਦੇ ਆ ਰਿਐਕਟਿਵਿਟੀ ਲਈ, ਕਿਸੇ ਵੀ ਐਲੀਮੈਂਟ ਦੀ, ਕਿਸੇ ਵੀ ਮੈਟਲ ਦੀ, ਨੋਨ ਮੈਟਲ ਦੀ, ਐਟਮ ਦੀ, ਸਾਰਿਆਂ ਦੀ ਰਿਐਕਟਿਵਿਟੀ ਲਈ ਕਿਹੜੇ ਇਲੈਕਟ੍ਰੋਨਸ ਰਿਸਪੋਂਸੀਬਲ ਨੇ? ਵੈਲੈਂਸ ਸ਼ੈਲ ਵਾਲੇ, ਠੀਕ ਹੈ। ਇਨਰ ਇਲੈਕਟ੍ਰੋਨਸ ਜਿਹੜੇ ਉਹ ਰਿਸਪੋਂਸੀਬਲ ਨਹੀਂ ਹੁੰਦੇ, ਇਨਰ ਇਲੈਕਟ੍ਰੋਨਸ ਪਾਰਟੀਸੀਪੇਟ ਹੀ ਨਹੀਂ ਕਰਦੇ ਰਿਐਕਸ਼ਨ ਦੇ ਵਿੱਚ, ਸਿਰਫ ਜਿਹੜੇ ਵੈਲੈਂਸ ਸ਼ੈਲ ਵਾਲੇ ਆ ਉਹੀ ਪਾਰਟੀਸੀਪੇਟ ਕਰਦੇ ਆ, ਠੀਕ ਹੈ। ਤਾਂ ਇਹਨਾਂ ਦੇ ਬੇਸ 'ਤੇ ਆਪਾਂ ਉਹਨਾਂ ਦੀ ਰਿਐਕਟਿਵਿਟੀ, ਉਹਨਾਂ ਦੀ ਆਕਸੀਡੇਸ਼ਨ ਸਟੇਟ, ਉਹਨਾਂ ਦੀ ਵੈਲੈਂਸੀ, ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ, ਠੀਕ ਹੈ। ਤਾਂ ਆਕਸੀਡੇਸ਼ਨ ਸਟੇਟ ਹੁਣ ਆਪਾਂ ਨੂੰ ਪਤਾ ਹੀ ਹੈ, ਠੀਕ ਹੈ, ਕਿ ਇੱਕ ਕਾਈਂਡ ਆਫ ਇਹ ਕੀ ਹੈ ਆਪਣੇ ਕੋਲੇ? ਚਾਰਜ ਹੈ, ਠੀਕ ਹੈ। ਹੁਣ ਦੇਖੋ ਜਿਵੇਂ ਅਲੋਂਗ ਦਾ ਇੱਥੇ ਆਪਣੇ ਕੋਲੇ ਫਸਟ ਗਰੁੱਪ ਹੋ ਗਿਆ, ਸੈਕਿੰਡ ਗਰੁੱਪ ਆ ਗਿਆ, ਇਹ ਦੋਨੋਂ ਗਰੁੱਪ ਕਿਹਨੂੰ ਬਿਲੋਂਗ ਕਰਦੇ ਆ? ਐਸ ਬਲੋਕ ਨੂੰ। ਪੀ ਬਲੋਕ ਦੇ ਕਿਹੜੇ ਗਰੁੱਪ ਨੇ? 13 14 15 16 17 18। ਪਰ ਆਪਾਂ ਇੱਥੇ ਫਿਰ ਅਗੇਨ ਆਪਾਂ 17 ਤੋਂ ਲੈ ਕੇ 17 ਤੱਕ ਹੀ ਡਿਸਕਸ ਕਰਾਂਗੇ ਰਿਐਕਟਿਵਿਟੀ, ਕਿਉਂਕਿ 18 ਗਰੁੱਪ ਨੋਬਲ ਗੈਸਿਸ ਹੈ। ਨੋਬਲ ਗੈਸਿਸ ਇਨਰਟ ਗੈਸਿਸ ਹੁੰਦੀਆਂ, ਉਹਨਾਂ ਦੀ ਕੋਈ ਰਿਐਕਟਿਵਿਟੀ ਨਹੀਂ ਹੁੰਦੀ। ਜ਼ੀਨੋਨ ਨੋ ਡਾਊਟ ਕੰਪਾਊਂਡ ਬਣਾਉਂਦੀ ਹੈ, ਠੀਕ ਹੈ। ਤਾਂ ਇੱਕ ਹੀ ਆ ਉਹ। ਤਾਂ ਇੱਥੇ ਹੁਣ ਆਪਣੇ ਕੋਲੇ ਜਿਹੜਾ ਫਸਟ ਇਹ ਸਾਰੇ ਪੀ ਬਲੋਕ ਹੋ ਗਿਆ, ਇਹ ਸਾਰਾ ਕੀ ਹੋ ਗਿਆ? ਐਸ ਬਲੋਕ। ਜਿਹੜਾ ਫਸਟ ਗਰੁੱਪ ਹੈ ਉਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨਸ ਹੁਣ ਆਪਾਂ ਲਿਖਾਂਗੇ ਤਾਂ ਇਹਦੀ NS1, ਇਹਦੀ NS2 ਡਿਸਕਸ ਕਰ ਚੁੱਕੇ ਹਾਂ। 13 ਦੀ NS2NP1, NS2NP2, NS2NP3, NS2NP4, NS2NP5, NS2NP6। ਇਹ ਇਹਨਾਂ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੋ ਗਈ। ਹੁਣ ਆਪਾਂ ਇਹਦੇ 'ਚ ਲਿਖਦੇ ਹਾਂ ਵੈਲੈਂਸ ਸ਼ੈਲ ਇਲੈਕਟ੍ਰੋਨਸ, ਕਿ ਵੈਲੈਂਸ ਸ਼ੈਲ 'ਚ ਇਹਨਾਂ ਦੇ ਕਿੰਨੇ ਇਲੈਕਟ੍ਰੋਨਸ ਨੇ? ਇਹਦੇ ਵਿੱਚ 1 ਹੈ, ਇਹਦੇ 'ਚ 2 ਹੈ। ਜਿਹੜੀ ਪਾਵਰ ਹੈ ਦੀਸ ਰਿਪਰੈਜ਼ੈਂਟ ਦਾ ਨੰਬਰ ਆਫ ਇਲੈਕਟ੍ਰੋਨਸ। ਇਹਦੇ 'ਚ 2 + 1 ਕਿੰਨੇ ਹੋ ਗਏ? 3, 2 + 2 4, 2 + 3 5, 2 + 4 6 7 ਐਂਡ 8। ਤਾਂ ਵੈਲੈਂਸ ਸ਼ੈਲ ਇਲੈਕਟ੍ਰੋਨਸ ਇਨਕਰੀਜ਼ ਕਰ ਰਹੇ ਆ ਅਲੋਂਗ ਦਾ ਪੀਰੀਅਡ, ਅਲੋਂਗ ਦਾ ਪੀਰੀਅਡ ਵੇਰੀਏਸ਼ਨ ਹੈ ਨਾ, ਇਹ ਲੈਫਟ ਟੂ ਰਾਈਟ ਹੈ। ਤਾਂ ਅਲੋਂਗ ਦਾ ਪੀਰੀਅਡ ਜਿਹੜੇ ਆਪਣੇ ਕੋਲੇ ਨੰਬਰ ਆਫ ਇਲੈਕਟ੍ਰੋਨਸ ਨੇ, ਵੈਲੈਂਸ ਸ਼ੈਲ ਇਲੈਕਟ੍ਰੋਨਸ ਨੇ, ਉਹ ਇਨਕਰੀਜ਼ ਕਰ ਰਹੇ ਆ 1 ਤੋਂ ਲੈ ਕੇ 8 ਤੱਕ, ਠੀਕ ਹੈ। ਹੁਣ ਦੇਖੋ ਜਿਹੜੀ ਆਪਣੇ ਕੋਲੇ ਵੈਲੈਂਸੀ ਹੈ ਉਹ ਕਿਵੇਂ ਵੇਰੀ ਕਰਦੀ ਹੈ? ਇਹਦੀ ਵੈਲੈਂਸੀ 1 ਹੋ ਗਈ, ਇਹਦੀ ਵੈਲੈਂਸੀ 2, ਇਹਦੀ 3, ਇਹਦੀ 4, ਇਹਦੀ 3 2 1 0, ਠੀਕ ਹੈ। ਤਾਂ ਜਿਹੜੀ ਹੁਣ ਆਪਣੇ ਕੋਲੇ ਵੈਲੈਂਸੀ ਹੈ, ਆਕਸੀਡੇਸ਼ਨ ਸਟੇਟ ਹੈ। ਇੱਕ ਹੋਰ ਗੱਲ, ਜਿਹੜੀ ਆਕਸੀਡੇਸ਼ਨ ਸਟੇਟ ਹੈ ਨਾ, ਇਹ ਇਟ ਕੈਨ ਨਾਟ ਬੀ ਮੋਰ ਦੈਨ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨਸ। ਇਹ ਐਲੀਮੈਂਟ ਦੀ ਵੈਲੈਂਸ ਸ਼ੈਲ ਇਲੈਕਟ੍ਰੋਨਸ ਤੋਂ ਇਹਦੀ ਵੈਲਿਊ ਕਦੀ ਜ਼ਿਆਦਾ ਨਹੀਂ ਆਊਗੀ, ਉਹਦੇ ਤੋਂ ਘੱਟ ਆਏਗੀ ਜਾਂ ਬਰਾਬਰ ਆਏਗੀ, ਠੀਕ ਹੈ। ਕਹਿਣ ਤੋਂ ਭਾਵ ਕਿ ਜੇ ਹੁਣ ਆਪਣੇ ਕੋਲੇ ਸੈਕਿੰਡ ਗਰੁੱਪ ਦੇ ਐਲੀਮੈਂਟਸ ਆ, ਉਹਨਾਂ ਦੀ ਆਕਸੀਡੇਸ਼ਨ ਸਟੇਟ ਜਾਂ ਤਾਂ 2 ਹੋ ਸਕਦੀ ਹੈ ਜਾਂ 1 ਹੋ ਸਕਦੀ ਹੈ, 3 ਜਾਂ 4 ਨਹੀਂ ਹੋਊਗੀ, ਠੀਕ ਹੈ। ਸਿਮਿਲਰਲੀ ਇੱਥੇ ਆਪਣੇ ਕੋਲੇ ਕਿ ਇਹਨਾਂ ਦੀ ਆਕਸੀਡੇਸ਼ਨ ਸਟੇਟ ਮੈਕਸੀਮਮ 3 4 5 6 7 8, ਠੀਕ ਹੈ। ਮੈਕਸੀਮਮ ਮਤਲਬ ਜਿੰਨੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨਸ ਆ ਉਨੀ ਹੋਊਗੀ, ਉਸ ਤੋਂ ਜ਼ਿਆਦਾ ਨਹੀਂ ਹੋਊਗੀ, ਉਸ ਤੋਂ ਹਮੇਸ਼ਾ ਘੱਟ ਹੀ ਹੋਊਗੀ, ਠੀਕ ਹੈ। ਤਾਂ ਹੁਣ ਇਹਨਾਂ ਦੀ ਵੈਲੈਂਸੀਜ਼ ਇੱਦਾਂ ਕਿਉਂ ਹੈ? ਵੈਲੈਂਸੀ ਮੀਨਸ ਬੌਂਡਿੰਗ ਕੈਪੈਸਿਟੀ, ਮੀਨਸ ਕਿੰਨੇ ਬੌਂਡਸ ਬਣਾ ਸਕਦਾ ਹੈ। ਜੇ ਇਹਦੀ ਵੈਲੈਂਸੀ 1 ਹੈ ਫਸਟ ਗਰੁੱਪ ਦੀ, ਪੂਰੇ ਫਸਟ ਗਰੁੱਪ ਦੀ ਅਗਰ ਵੈਲੈਂਸੀ 1 ਹੈ, ਇਟ ਮੀਨਸ ਇਹ ਕਿੰਨੇ ਬੌਂਡਸ ਬਣਾ ਸਕਦਾ ਹੈ? 1 ਬੌਂਡ। ਇਹ ਕਿੰਨੇ ਬੌਂਡਸ ਬਣਾ ਸਕਦਾ ਹੈ? 2।
A3 A4 A फिर 3 A2 A1 A0 ठीक है। ਤਾਂ ਇਸ ਤਰੀਕੇ ਨਾਲ ਆ ਮਤਲਬ ਕਿ ਜਦੋਂ ਆਪਣੇ ਕੋਲੇ ਅਪ ਟੂ 4 ਜਾਂ ਕਹਿ ਲਓ ਅਪ ਟੂ 14 ਅਗਰ ਵੈਲੈਂਸੀ ਦੇਖੋਗੇ ਤਾਂ ਨੰਬਰ ਆਫ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ ਦੇ ਇਕੁਅਲ ਹੀ ਹੈ। ਜਦੋਂ ਆਪਾਂ ਇਸ ਤੋਂ ਅੱਗੇ ਜਾਂਦੇ ਹਾਂ ਠੀਕ ਹੈ ਕਿ 5 6 7 8 ਆ ਗਏ ਤਾਂ ਇੱਥੇ ਅਗਰ ਤੁਸੀਂ ਵੈਲੈਂਸੀ ਕੈਲਕੂਲੇਟ ਕਰਨੀ ਹੈ ਤਾਂ ਦਿਸ ਵਿਲ ਬੀ ਇਕੁਅਲ ਟੂ ਨੰਬਰ ਆਫ 8 ਮਾਈਨਸ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨਸ। ਹੁਣ ਇੱਥੇ 8 ਮਾਈਨਸ 5 ਕਿੰਨਾ ਆ ਗਿਆ 3 8 ਮਾਈਨਸ 6 ਕਿੰਨਾ ਆ ਗਿਆ 2 8 ਮਾਈਨਸ 7 ਆ ਗਿਆ 1 8 ਮਾਈਨਸ 8 ਕੀ ਆ ਗਿਆ 0। ਵੈਲੈਂਸੀ 0 ਹੋਣ ਦਾ ਮਤਲਬ ਇਹਨਾਂ ਨੇ ਕੋਈ ਬੌਂਡ ਨਹੀਂ ਬਣਾਉਣਾ ਐਂਡ ਦੀਜ਼ ਆਰ ਦ ਇਨਰਟ ਗੈਸਸ ਠੀਕ ਹੈ। ਤਾਂ ਵੇਰੀਏਸ਼ਨ ਵੈਲੈਂਸੀ ਦੀ ਇਸ ਤਰੀਕੇ ਨਾਲ ਹੁੰਦੀ ਹੈ ਕਿ ਪਹਿਲਾਂ ਇਹ ਇਨਕਰੀਜ਼ ਕਰਦੀ ਹੈ ਫਿਰ ਡਿਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਹੈ ਅਲੋਂਗ ਦਾ ਪੀਰੀਅਡ ਹੈ ਇਹ ਵੇਰੀਏਸ਼ਨ। ਹੁਣ ਅਲੋਂਗ ਦਾ ਗਰੁੱਪ ਦੇਖੋ ਇਹ ਫਸਟ ਗਰੁੱਪ ਹੈ। ਫਸਟ ਗਰੁੱਪ ਦੀ ਸਾਰੇ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ NS1 ਹੈ ਇਹਦੀ NS2 ਹੈ ਅਤੇ ਇਹਦੇ ਵੈਲੈਂਸ ਸ਼ੈਲ ਦੇ ਇਲੈਕਟ੍ਰੋਨ 1 ਹੈ। ਸਾਰੇ ਐਲੀਮੈਂਟਸ ਦੇ 1 ਹੋਣਗੇ ਸਾਰੇ ਐਲੀਮੈਂਟਸ ਦੇ 1 ਹੋਣਗੇ ਤਾਂ ਸਾਰਿਆਂ ਦੀ ਵੈਲੈਂਸੀ ਕੀ ਹੈ ਸੇਮ ਹੈ। ਤਾਂ ਮਤਲਬ ਆਪਾਂ ਕੀ ਕਹਿ ਸਕਦੇ ਹਾਂ ਅਲੋਂਗ ਦਾ ਪੀਰੀਅਡ ਜਦੋਂ ਆਪਣੇ ਕੋਲੇ ਇਹ ਹੈਗੀ ਆਕਸੀਡੇਸ਼ਨ ਸਟੇਟ ਹੈ ਵੈਲੈਂਸੀ ਹੈ ਜਿਹੜੀ ਫਸਟਲੀ ਇਨਕਰੀਜ਼ ਦੈਨ ਡਿਕਰੀਜ਼। ਅਲੋਂਗ ਦਾ ਪੀਰੀਅਡ ਦੀ ਵੇਰੀਏਸ਼ਨ ਇੱਦਾਂ ਅਲੋਂਗ ਦਾ ਗਰੁੱਪ ਅਗਰ ਆਪਾਂ ਗੱਲ ਕਰਾਂਗੇ ਸੋ 1 ਗਰੁੱਪ ਹੈਜ਼ ਸੇਮ ਨੰਬਰ ਆਫ valence shell electron so valency is same। ਤਾਂ ਗਰੁੱਪ 'ਚ ਵੈਲੈਂਸੀ ਸੇਮ ਰਹਿੰਦੀ ਹੈ ਪੀਰੀਅਡ ਦੇ ਵਿੱਚ ਉਹ ਚੇਂਜ ਹੁੰਦੀ ਹੈ ਕਲੀਅਰ। ਨੈਕਸਟ ਹੁਣ ਆਪਣੇ ਕੋਲੇ ਪ੍ਰੋਪਰਟੀ ਹੈਗੀ ਹੈ ਮੈਟੈਲਿਕ ਐਂਡ ਨਾਨ ਮੈਟੈਲਿਕ ਕਰੈਕਟਰ। ਇਹ ਪੀਰੀਓਡਿਕ ਟੇਬਲ 'ਚ ਕਿੱਦਾਂ ਵੇਰੀ ਕਰਦਾ ਹੁਣ ਮੈਟੈਲਿਕ ਐਂਡ ਨਾਨ ਮੈਟੈਲਿਕ ਕਰੈਕਟਰ ਕਿ ਮੈਟਲਸ ਮੈਟੈਲਿਕ ਮੀਨਸ ਮੈਟਲਸ ਮੈਟਲ ਹੈ ਜਿਹੜਾ ਇਹ ਆਪਣੇ ਕੋਲੇ ਇਲੈਕਟ੍ਰੋਪੋਜ਼ਿਟਿਵ ਕਰੈਕਟਰ ਹੈ। ਨਾਨ ਮੈਟਲਸ ਦਾ ਕਰੈਕਟਰ ਕੀ ਹੁੰਦਾ ਇਲੈਕਟ੍ਰੋ ਨੈਗੇਟਿਵ। ਇਹ ਚੀਜ਼ਾਂ ਤੁਸੀਂ 10th 'ਚ ਪੜ੍ਹੀਆਂ ਹੋਈਆਂ। ਇਲੈਕਟ੍ਰੋਪੋਜ਼ਿਟਿਵ ਮਤਲਬ ਦੇ ਕੈਨ ਲੂਜ਼ ਦਾ ਇਲੈਕਟ੍ਰੋਨਸ ਇਲੈਕਟ੍ਰੋ ਨੈਗੇਟਿਵ ਮੀਨਸ ਗੇਨ ਆਫ ਇਲੈਕਟ੍ਰੋਨਸ ਠੀਕ ਹੈ। ਤਾਂ ਜਿਹੜੇ ਚੀਜ਼ ਈਜ਼ੀਲੀ ਇਲੈਕਟ੍ਰੋਨ ਲੂਜ਼ ਕਰ ਸਕਦੀ ਹੈ ਤਾਂ ਉਹਦਾ ਕਿਹੜਾ ਕਰੈਕਟਰ ਜ਼ਿਆਦਾ ਹੋ ਜਾਏਗਾ ਮੈਟੈਲਿਕ। ਜਿਹੜੀ ਚੀਜ਼ ਇਲੈਕਟ੍ਰੋਨ ਜਾਂ ਜਿਹੜੇ ਐਲੀਮੈਂਟਸ ਈਜ਼ੀਲੀ ਇਲੈਕਟ੍ਰੋਨ ਗੇਨ ਕਰ ਸਕਦੇ ਉਹਨਾਂ ਦਾ ਕਿਹੜਾ ਕਰੈਕਟਰ ਹੋ ਜਾਏਗਾ ਨਾਨ ਮੈਟੈਲਿਕ ਠੀਕ ਹੈ। ਹੁਣ ਆਪਾਂ ਨੂੰ ਪਤਾ ਹੈ ਕਿ ਵੇਰੀਏਸ਼ਨਸ ਜਿਹੜੀਆਂ ਠੀਕ ਹੈ ਇੱਧਰ ਆਪਣੇ ਕੋਲੇ ਅਲੋਂਗ ਦਾ ਪੀਰੀਅਡ ਜੇ ਆਪਾਂ ਗੱਲ ਕਰੀਏ ਅਲੋਂਗ ਦਾ ਪੀਰੀਅਡ ਮੀਨਸ ਲੈਫਟ ਟੂ ਰਾਈਟ ਜਦੋਂ ਆਪਾਂ ਮੂਵ ਕਰਦੇ ਹੈਗੇ ਆ ਠੀਕ ਹੈ। ਜਦੋਂ ਆਪਾਂ ਜਿਵੇਂ ਲੀਥੀਅਮ ਹੋ ਗਿਆ ਬੇਰੀਲੀਅਮ ਹੋ ਗਿਆ ਬੋਰੋਨ ਕਾਰਬਨ ਨਾਈਟ੍ਰੋਜਨ ਆਕਸੀਜਨ ਫਲੋਰੀਨ ਠੀਕ ਹੈ ਇਹ ਆਪਣੇ ਕੋਲੇ ਪੀਰੀਓਡਿਕ ਵੇਰੀਏਸ਼ਨ ਹੈ ਪੀਰੀਅਡ ਦੀ ਵੇਰੀਏਸ਼ਨ ਹੈ। ਤਾਂ ਜਦੋਂ ਤੁਸੀਂ ਇੱਧਰ ਨੂੰ ਮੂਵ ਕਰੋਗੇ ਤਾਂ ਨਾਨ ਮੈਟੈਲਿਕ ਕਰੈਕਟਰ ਵਿਲ ਇਨਕਰੀਜ਼ ਤਾਂ ਆਟੋਮੈਟਿਕਲੀ ਮੈਟੈਲਿਕ ਕੀ ਹੋ ਜਾਏਗਾ ਡਿਕਰੀਜ਼। ਰੀਜ਼ਨ ਜਦੋਂ ਤੁਸੀਂ ਲੈਫਟ ਟੂ ਰਾਈਟ ਮੂਵ ਕਰਦੇ ਹੋ ਅਲੋਂਗ ਦਾ ਪੀਰੀਅਡ ਮੂਵ ਕਰਦੇ ਹੋ ਇਲੈਕਟ੍ਰੋਨ ਗੇਨ ਐਂਥੈਲਪੀ ਹੈ ਜਿਹੜੀ ਉਹ ਇਨਕਰੀਜ਼ ਹੁੰਦੀ ਹੈ ਆਇਨਾਈਜੇਸ਼ਨ ਐਂਥੈਲਪੀ ਵੀ ਇਨਕਰੀਜ਼ ਹੁੰਦੀ ਹੈ ਠੀਕ ਹੈ। ਇਹੀ ਆਪਣੇ ਕੋਲੇ ਇਲੈਕਟ੍ਰੋਨ ਗੇਨ ਐਂਥੈਲਪੀ ਇਨਕਰੀਜ਼ ਹੁੰਦੀ ਹੈ। ਇਲੈਕਟ੍ਰੋਨ ਗੇਨ ਐਂਥੈਲਪੀ ਇਨਕਰੀਜ਼ ਹੋਣ ਦਾ ਮਤਲਬ ਕੀ ਹੈ ਆਪਣੇ ਕੋਲੇ ਕਿ ਇਹ ਇਲੈਕਟ੍ਰੋਨਸ ਜਲਦੀ ਗੇਨ ਕਰਨਗੇ ਫਲੋਰੀਨ ਜਲਦੀ ਗੇਨ ਕਰੂਗਾ ਆਕਸੀਜਨ ਵੀ ਕਰੂਗਾ ਠੀਕ ਹੈ ਐਜ਼ ਕੰਪੇਅਰ ਟੂ ਲੀਥੀਅਮ ਐਂਡ ਬੈਰੀਲੀਅਮ ਠੀਕ ਹੈ। ਲੀਥੀਅਮ ਅਤੇ ਬੈਰੀਲੀਅਮ ਦੇ ਕੰਪੈਰੀਜ਼ਨ ਇਹ ਵਾਲੇ ਐਲੀਮੈਂਟਸ ਜਲਦੀ ਇਲੈਕਟ੍ਰੋਨ ਗੇਨ ਕਰਨਗੇ। ਜੇ ਇਲੈਕਟ੍ਰੋਨ ਗੇਨ ਕਰਨਗੇ ਇਲੈਕਟ੍ਰੋਨ ਗੇਨ ਕਰਨ ਨਾਲ ਕਿਹੜਾ ਕਰੈਕਟਰ ਹੁੰਦਾ ਇਲੈਕਟ੍ਰੋਨੈਗੇਟਿਵ ਇਲੈਕਟ੍ਰੋਨੈਗੇਟਿਵ ਮੀਨਸ ਕਿਹੜਾ ਕਰੈਕਟਰ ਆ ਗਿਆ ਨਾਨ ਮੈਟੈਲਿਕ। ਇਹਨਾਂ ਦੀਆਂ ਆਪਣੇ ਕੋਲੇ ਆਇਨਾਈਜੇਸ਼ਨ ਐਂਥੈਲਪੀਜ਼ ਲੋ ਹੁੰਦੀਆਂ ਆਇਨਾਈਜੇਸ਼ਨ ਐਂਥੈਲਪੀ ਲੋ ਹੋਣ ਦਾ ਮਤਲਬ ਈਜ਼ੀਲੀ ਇਲੈਕਟ੍ਰੋਨ ਲੂਜ਼ ਈਜ਼ੀਲੀ ਇਲੈਕਟ੍ਰੋਨ ਲੂਜ਼ ਕਰਨ ਦਾ ਮਤਲਬ ਇਹਨਾਂ 'ਚ ਕਿਹੜਾ ਕਰੈਕਟਰ ਜ਼ਿਆਦਾ ਮੈਟੈਲਿਕ ਠੀਕ ਹੈ। ਤਾਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ ਤਾਂ ਨਾਨ ਮੈਟੈਲਿਕ ਕਰੈਕਟਰ ਇਨਕਰੀਜ਼ ਹੁੰਦਾ ਮੈਟੈਲਿਕ ਡਿਕਰੀਜ਼ ਹੁੰਦਾ ਅਤੇ ਗਰੁੱਪ ਦੇ ਵਿੱਚ ਵੇਰੀਏਸ਼ਨ ਕੀ ਹੋ ਜਾਏਗੀ ਫਿਰ ਕਿ ਜਿਵੇਂ ਆਪਾਂ ਟੋਪ ਟੂ ਬੋਟਮ ਮੂਵ ਕਰਦੇ ਹਾਂ
ਤਾਂ ਆਇਨਾਈਜੇਸ਼ਨ ਐਂਥੈਲਪੀ ਕੀ ਕਰਦੀ ਹੈ, ਡਿਕਰੀਜ਼ ਕਰਦੀ ਹੈ। ਇਟ ਮੀਨਸ ਲੋਸ ਆਫ ਇਲੈਕਟ੍ਰੋਨ ਈਜ਼ੀ ਹੋਈ ਜਾਂਦਾ ਹੈ। ਇਲੈਕਟ੍ਰੋਨ ਦਾ ਅਗਰ ਲੋਸ ਈਜ਼ੀ ਹੋ ਰਿਹਾ ਦੈਟ ਮੀਨਸ ਕਿਹੜਾ ਕਰੈਕਟਰ ਇਨਕਰੀਜ਼ ਹੋ ਰਿਹਾ, ਇਲੈਕਟ੍ਰੋਪੋਜ਼ਿਟਿਵ। ਇਲੈਕਟ੍ਰੋਪੋਜ਼ਿਟਿਵ ਇਨਕਰੀਜ਼ ਹੋਣ ਦਾ ਮਤਲਬ ਕੀ ਇਨਕਰੀਜ਼ ਹੋ ਰਿਹਾ, ਮੈਟੈਲਿਕ ਕਰੈਕਟਰ। ਤਾਂ ਡਾਊਨ ਦਾ ਗਰੁੱਪ ਜਦੋਂ ਮੂਵ ਕਰਦੇ ਹੋ ਤਾਂ ਮੈਟੈਲਿਕ ਕਰੈਕਟਰ ਇਨਕਰੀਜ਼, ਠੀਕ ਹੈ। ਨॉन ਮੈਟੈਲਿਕ ਵਿਲ ਡਿਕਰੀਜ਼, ਠੀਕ ਹੈ। ਪੀਰੀਅਡ 'ਚ ਮੈਟੈਲਿਕ ਕਰੈਕਟਰ ਇਨਕਰੀਜ਼ ਕਰਦਾ, ਗਰੁੱਪ ਦੇ ਵਿੱਚ ਮੈਟੈਲਿਕ ਕਰੈਕਟਰ ਇਨਕਰੀਜ਼ ਕਰਦਾ। ਸੋ ਦਿਸ ਇਜ਼ ਮੈਟੈਲਿਕ ਐਂਡ ਨॉन ਮੈਟੈਲਿਕ ਵੇਰੀਏਸ਼ਨ, ਠੀਕ ਹੈ। then next and important is anomalous behavior of first member of each group, ਤੇ ਇਹ ਵੀ S and P block। ਈਚ ਮੈਂਬਰ, ਫਸਟ ਮੈਂਬਰ ਆਫ ਈਚ ਗਰੁੱਪ ਵੀ ਲਿਖ ਸਕਦੇ ਹੋ ਜਾਂ ਮੈਂਬਰ ਆਫ ਸੈਕਿੰਡ ਪੀਰੀਅਡ ਵੀ ਲਿਖ ਸਕਦੇ ਹਾਂ, ਠੀਕ ਹੈ। ਦੋਨੋਂ ਸੇਮ ਹੀ ਚੀਜ਼ਾਂ ਨੇ। ਸੈਕਿੰਡ ਪੀਰੀਅਡ ਦੇ ਜਿਹੜੇ ਐਲੀਮੈਂਟਸ ਨੇ ਉਹ ਸਾਰੇ ਗਰੁੱਪਸ ਦੇ ਕੀ ਨੇ, ਫਸਟ ਐਲੀਮੈਂਟਸ ਨੇ। ਲੀਥੀਅਮ, ਬੇਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਇਹ ਸਾਰੇ, ਠੀਕ ਹੈ। ਅਨਾਮਲਸ ਮੀਨਸ ਹੁੰਦਾ ਐਬਨੋਰਮਲ, ਮੀਨਸ ਡਿਫਰੈਂਟ। ਤਾਂ ਮਤਲਬ ਜਿਹੜਾ ਵੀ ਕੋਈ ਆਪਣੇ ਕੋਲ ਜਿਵੇਂ ਲੀਥੀਅਮ ਆਉਂਦਾ, ਠੀਕ ਹੈ, ਬੇਰੀਲੀਅਮ ਹੋ ਗਿਆ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਇਹਨਾਂ ਸਾਰੇ ਐਲੀਮੈਂਟਸ ਦਾ ਆਪਦੇ ਗਰੁੱਪ ਦੇ ਐਲੀਮੈਂਟਸ ਨਾਲੋਂ ਬਿਹੇਵੀਅਰ ਡਿਫਰੈਂਟ ਹੈ, ਠੀਕ ਹੈ। ਬਿਹੇਵੀਅਰ ਕੀ ਹੈ ਆਪਣੇ ਕੋਲ, ਡਿਫਰੈਂਟ ਹੈ। ਉਸ ਜਿਹੜਾ ਬਿਹੇਵੀਅਰ ਡਿਫਰੈਂਟ ਆ ਉਹਦੇ ਰੀਜ਼ਨਸ ਕੀ ਨੇ, ਠੀਕ ਹੈ। ਔਰ ਇਹ ਜਿਹੜਾ ਕੁਐਸਚਨ ਹੈ ਇਹ ਇੰਪੋਰਟੈਂਟ ਹੈ, ਇਹ ਪੇਪਰ 'ਚ ਆਉਂਦਾ ਹੈ, ਠੀਕ ਹੈ। ਅਨਾਮਲਸ ਬਿਹੇਵੀਅਰ ਆਫ ਫਸਟ ਮੈਂਬਰ ਆਫ ਈਚ ਗਰੁੱਪ। ਕੁਐਸਚਨ ਕਿਵੇਂ ਆਉਂਦਾ, ਡਿਸਕਸ ਦਾ ਅਨਾਮਲਸ ਬਿਹੇਵੀਅਰ ਆਫ ਲੀਥੀਅਮ, ਜਾਂ ਰਾਈਟ ਦਾ ਰੀਜ਼ਨਸ ਫॉर ਅਨਾਮਲਸ ਬਿਹੇਵੀਅਰ ਆਫ ਲੀਥੀਅਮ। ਕਿਸੇ ਦਾ ਵੀ ਆ ਗਿਆ, ਬੋਰੋਨ ਆ ਗਿਆ, ਨਾਈਟ੍ਰੋਜਨ ਆ ਗਿਆ, ਆਕਸੀਜਨ ਆ ਗਿਆ, ਕਿਸੇ ਵੀ ਐਲੀਮੈਂਟ ਦਾ ਅਨਾਮਲਸ ਬਿਹੇਵੀਅਰ ਦੇ ਰੀਜ਼ਨਸ ਆ ਸਕਦੇ ਆ। ਹੁਣ ਇਹ ਸਾਰੇ ਐਲੀਮੈਂਟਸ ਬਾਕੀਆਂ ਨਾਲੋਂ ਕਿਹੜੇ ਤਰੀਕਿਆਂ 'ਚ ਆਪਣੇ ਕੋਲੇ ਡਿਫਰੈਂਟ ਬਿਹੇਵ ਕਰਦੇ ਆ। ਫਸਟ ਤਾਂ ਇਹ ਹੈਗਾ ਆਪਣੇ ਕੋਲੇ ਇਹਦੇ ਰੀਜ਼ਨਸ ਕੀ ਨੇ, ਉਹ ਰੀਜ਼ਨਸ ਜਿਹੜੇ ਹੈਗੇ ਆ ਉਹ ਬਹੁਤ ਇੰਪੋਰਟੈਂਟ ਨੇ, ਠੀਕ ਹੈ। ਰੀਜ਼ਨਸ ਆਰ ਵੈਰੀ ਇੰਪੋਰਟੈਂਟ, ਠੀਕ ਹੈ। ਤਾਂ ਰੀਜ਼ਨਸ ਇਹਦੇ ਵਿੱਚ ਆਪਣੇ ਕੋਲੇ ਹੈਗੇ ਆ। ਫਸਟ ਰੀਜ਼ਨ ਹੈ ਸਮੋਲ ਸਾਈਜ਼। ਸਾਰਿਆਂ ਦਾ ਜਦ ਕਿਸੇ ਦਾ ਵੀ ਅਨਾਮਲਸ ਬਿਹੇਵੀਅਰ ਆਏਗਾ ਤੁਹਾਨੂੰ ਰੀਜ਼ਨਸ ਇਹ ਸਾਰਿਆਂ ਦੇ ਸੇਮ ਰਹਿਣਗੇ, ਸੇਮ ਹੀ ਆਨਸਰ ਰਹੇਗਾ, ਠੀਕ ਹੈ। ਹੁਣ ਜਿਹੜੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਵੇਂ ਜਿਵੇਂ ਆਪਾਂ ਡਾਊਨ ਦਾ ਗਰੁੱਪ ਜਾਂਦੇ ਹਾਂ ਤਾਂ ਸਾਈਜ਼ ਕੀ ਕਰਦਾ, ਇਨਕਰੀਜ਼ ਕਰ ਰਿਹਾ। ਸਾਈਜ਼ ਅਗਰ ਇਨਕਰੀਜ਼ ਕਰ ਰਿਹਾ, ਠੀਕ ਹੈ, ਤਾਂ ਫਸਟ ਐਲੀਮੈਂਟ ਦਾ ਸਾਈਜ਼ ਆਪਣੇ ਕੋਲੇ ਆਪਾਂ ਨੂੰ ਪਤਾ ਹੈ ਕਿ ਕੀ ਹੋ ਜਾਏਗਾ, ਫਿਰ ਸਮੋਲੈਸਟ ਹੋ ਜਾਏਗਾ, ਠੀਕ ਹੈ। ਬਾਕੀ ਐਲੀਮੈਂਟਸ ਦੇ ਕੰਪੈਰੀਜ਼ਨ ਦੇ ਵਿੱਚ, ਤਾਂ ਬਾਕੀ ਐਲੀਮੈਂਟਸ ਦੇ ਕੰਪੈਰੀਜ਼ਨ ਦੇ ਵਿੱਚ ਇਹਨਾਂ ਦਾ ਸਾਈਜ਼ ਕੀ ਹੈ, ਸਮੋਲੈਸਟ ਹੈ। ਅਗਰ ਸਾਈਜ਼ ਸਮੋਲੈਸਟ ਹੈ ਤਾਂ ਆਇਨਾਈਜੇਸ਼ਨ ਐਂਥੈਲਪੀ ਕੀ ਹੋਏਗੀ, ਹਾਈਐਸਟ। ਆਇਨਾਈਜੇਸ਼ਨ ਐਂਥੈਲਪੀ ਹਾਈਐਸਟ ਹੋਗੀ, ਸਾਈਜ਼ ਸਮੋਲੈਸਟ ਹੋ ਗਿਆ। ਥਰਡ ਐਂਡ ਮੇਨ ਇੰਪੋਰਟੈਂਟ ਰੀਜ਼ਨ ਕੀ ਹੈ, ਐਬਸੈਂਸ ਆਫ ਵੇਕੈਂਟ ਡੀ ਔਰਬਿਟਲਸ। 2d ਔਰਬਿਟਲਸ ਵੀ ਲਿਖ ਸਕਦੇ ਹੋ ਤੁਸੀਂ, d ਔਰਬਿਟਲਸ ਵੀ ਲਿਖ ਸਕਦੇ ਹੋ। ਹੁਣ ਦੇਖੋ ਇਹ ਸਾਰੇ ਐਲੀਮੈਂਟਸ ਕਿਹੜੇ ਪੀਰੀਅਡ ਨੂੰ ਬਿਲੋਂਗ ਕਰਦੇ ਆ, ਸੈਕਿੰਡ ਪੀਰੀਅਡਸ ਨੂੰ। ਸੈਕਿੰਡ ਪੀਰੀਅਡ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਲਈ n ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ, 2, ਕਿਉਂਕਿ ਆਪਾਂ ਜਦੋਂ ਪੋਜੀਸ਼ਨ ਆਫ ਐਲੀਮੈਂਟ ਦੱਸਦੇ ਹਾਂ ਤਾਂ ਉੱਥੇ ਆਪਾਂ ਪੜ੍ਹਿਆ ਕਿ ਜਿਹੜਾ n ਹੁੰਦਾ ਉਹ ਆਪਾਂ ਨੂੰ ਕੀ ਦੱਸਦਾ, ਪੀਰੀਅਡ ਦੱਸਦਾ। ਹੁਣ ਜੇ ਸੈਕਿੰਡ ਪੀਰੀਅਡ ਹੈ ਤਾਂ n2 ਹੈ, n2 ਹੈ ਤਾਂ ਸੈਕਿੰਡ ਪੀਰੀਅਡ ਹੈ, ਠੀਕ ਹੈ। ਤਾਂ n ਜਦੋਂ ਆਪਣੇ ਕੋਲੇ 2 ਹੈ ਤਾਂ l ਦੀਆਂ ਵੈਲਿਊਜ਼ ਕੀ ਆ ਗਈਆਂ, 0 ਐਂਡ 1। ਤੇ ਇੱਥੇ ਆਪਣੇ ਕੋਲੇ ਸਬ ਸ਼ੈਲਸ ਕਿਹੜੇ ਬਣ ਗਏ, 2s ਤੇ 2p। 2d ਤਾਂ ਐਗਜ਼ਿਸਟ ਹੀ ਨਹੀਂ ਕਰਦਾ। ਤਾਂ ਇਹਨਾਂ ਸਾਰੇ ਐਲੀਮੈਂਟਸ ਦੇ ਵਿੱਚ ਸੈਕਿੰਡ ਸ਼ੈਲ ਹੁੰਦਾ, ਸੈਕਿੰਡ ਸ਼ੈਲ ਹੋਣ ਕਰਕੇ ਇਹਨਾਂ ਕੋਲੇ 2s ਤੇ 2p ਔਰਬਿਟਲਸ ਹੀ ਹੁੰਦੇ ਆ, 2d ਨਹੀਂ ਹੁੰਦਾ। ਤੇ ਜਦੋਂ ਆਪਣੇ ਕੋਲੇ n3 ਸ਼ੁਰੂ ਹੋ ਗਿਆ ਤਾਂ ਉੱਥੇ ਆਪਣੇ ਕੋਲੇ 3d ਔਰਬਿਟਲ ਵੀ ਆ ਜਾਂਦਾ। 3d ਔਰਬਿਟਲ ਆਉਣ ਦੇ ਨਾਲ ਹੁੰਦਾ ਕੀ ਹੈ ਕਿ ਜਿਵੇਂ ਹੁਣ ਇਹਦੇ ਵਿੱਚ ਫਿਰ 2s ਤੇ 2p ਆ ਗਿਆ, ਠੀਕ ਹੈ, 2s ਤੇ 2p ਆ ਗਿਆ, ਤੇ ਇਹਦੇ 'ਚ ਮੈਕਸੀਮਮ ਇਲੈਕਟ੍ਰੋਨਸ ਕਿੰਨੇ ਆ ਸਕਦੇ ਆ, 2 + 4
6 ਇਲੈਕਟ੍ਰੋਨਸ। 6 ਤੋਂ ਜ਼ਿਆਦਾ ਇਲੈਕਟ੍ਰੋਨਸ ਨਹੀਂ ਆ ਸਕਦੇ, ਪਰ ਜਦੋਂ ਆਪਣੇ ਕੋਲ ਥਰਡ ਸ਼ੈਲ ਇੰਟਰੋਡਿਊਸ ਹੋ ਜਾਂਦਾ ਤਾਂ 3s 3p 3d, ਤਾਂ ਇੱਥੇ ਇਲੈਕਟ੍ਰੋਨਸ ਕਿੰਨੇ ਹੋ ਗਏ 10 6 ਸੌਰੀ ਇੱਥੇ 8 ਇਲੈਕਟ੍ਰੋਨਸ ਆ ਸਕਦੇ ਆ ਮੈਕਸੀਮਮ। ਇੱਥੇ 10 + 6 2 ਕਿੰਨੇ ਆ ਸਕਦੇ ਆ 18 ਇਲੈਕਟ੍ਰੋਨਸ। ਹੁਣ ਇਹ ਆਪਦਾ ਆਕਟੇਟ ਐਕਸਪੈਂਡ ਕਰ ਸਕਦੇ ਆ, ਬਾਕੀ ਦੇ ਐਲੀਮੈਂਟਸ ਇਹ ਵਾਲੇ ਨਹੀਂ ਕਰ ਸਕਦੇ। ਇਹਨਾਂ ਦੇ ਮੈਕਸੀਮਮ ਕਿੰਨੇ ਇਲੈਕਟ੍ਰੋਨਸ ਰਹਿਣਗੇ 8 ਹੀ ਰਹਿਣਗੇ। ਤਾਂ ਇਹ ਆਪਾਂ ਅੱਗੇ ਜਦੋਂ ਡਿਟੇਲ 'ਚ ਪੜਾਂਗੇ ਕਿ ਡੀ ਆਰਬਿਟਲ ਦੇ ਕੀ ਫਾਇਦੇ ਹੁੰਦੇ ਆ ਤਾਂ ਇਹਨਾਂ ਨੂੰ ਕੀ ਨੁਕਸਾਨ ਹੈ, ਉਹੀ ਚੀਜ਼ ਇਹਨਾਂ ਨੂੰ ਕੀ ਕਰਦੀ ਹੈ ਡਿਫਰੈਂਸ਼ੀਏਟ ਕਰਦੀ ਹੈ ਬਾਕੀਆਂ ਨਾਲੋਂ। ਤਾਂ ਤੁਸੀਂ 3 ਰੀਜ਼ਨ ਲਿਖ ਕੇ ਆਉਣੇ ਆ ਆਨਸਰ ਦੇ ਵਿੱਚ ਜਦੋਂ ਵੀ ਤੁਹਾਨੂੰ ਅਨੋਮਲਸ ਬਿਹੇਵੀਅਰ ਪੁੱਛਿਆ ਜਾਊਗਾ, ਲੀਥੀਅਮ ਦਾ, ਬੋਰੋਨ ਦਾ, ਕਾਰਬਨ, ਕਿਸੇ ਵੀ ਐਲੀਮੈਂਟ ਦਾ। ਸਮੋਲ ਸਾਈਜ਼, ਠੀਕ ਹੈ, ਬੀਇੰਗ ਦਾ ਫਸਟ ਐਲੀਮੈਂਟ ਦੇ ਹੈਵ ਸਮੋਲੈਸਟ ਸਾਈਜ਼। ਆਪਦੇ ਗਰੁੱਪ 'ਚ ਉਹਨਾਂ ਦਾ ਸਮੋਲੈਸਟ ਹੈ, ਇਹ ਚੀਜ਼ ਯਾਦ ਰੱਖਣੀ ਹੈ, ਠੀਕ ਹੈ। ਸਮੋਲ ਸਾਈਜ਼ ਕਿ ਆਪਦੇ ਗਰੁੱਪ ਦੇ ਵਿੱਚ ਉਹਨਾਂ ਦਾ ਸਾਈਜ਼ ਕੀ ਹੈ ਸਮੋਲੈਸਟ ਹੈ, ਕਿਉਂਕਿ ਡਾਊਨ ਦਾ ਗਰੁੱਪ ਜਦੋਂ ਆਪਾਂ ਜਾਂਦੇ ਹਾਂ ਤਾਂ ਸਾਈਜ਼ ਇਨਕਰੀਜ਼ ਕਰਦਾ ਹੈ। ਜੇ ਇਨਕਰੀਜ਼ ਕਰਦਾ ਤਾਂ ਫਸਟ ਐਲੀਮੈਂਟ ਦਾ ਸਾਈਜ਼ ਕੀ ਹੋਏਗਾ ਆਪਣੇ ਕੋਲੇ ਲੋਐਸਟ ਹੋਏਗਾ। ਆਇਨਾਈਜੇਸ਼ਨ ਐਂਥੈਲਪੀ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਸਾਈਜ਼, ਤਾਂ ਆਇਨਾਈਜੇਸ਼ਨ ਐਂਥੈਲਪੀ ਇਹਨਾਂ ਦੀ ਆਪਦੇ ਗਰੁੱਪ 'ਚੋਂ ਕੀ ਹੈ ਹਾਈਐਸਟ ਹੈ। ਸੈਕਿੰਡ ਪੀਰੀਅਡ ਨੂੰ ਬਿਲੋਂਗ ਕਰਦੇ ਹੋਣ ਕਰਕੇ ਇਹਨਾਂ ਦੇ ਸਿਰਫ ਕਿਹੜੇ ਸ਼ੈਲ ਐਗਜ਼ਿਸਟ ਕਰਦੇ, ਸਬ ਸ਼ੈਲਸ ਬਣਦੇ ਆ ਜਾਂ ਆਰਬਿਟਲਸ ਬਣਦੇ ਆ 2s ਤੇ 2p, 2d ਨਹੀਂ ਹੁੰਦਾ, ਠੀਕ ਹੈ। ਤੇ ਇਹ 2d ਵੀ ਇਹਨਾਂ ਦੀਆਂ ਪ੍ਰੋਪਰਟੀਜ਼ ਨੂੰ ਅਫੈਕਟ ਕਰਦੀ ਹੈ, ਇਹਦੀ ਐਬਸੈਂਸ ਵੀ ਪ੍ਰੋਪਰਟੀਜ਼ ਨੂੰ ਕੀ ਕਰਦੀ ਹੈ ਅਫੈਕਟ ਕਰਦੀ ਹੈ, ਠੀਕ ਹੈ। ਸੋ ਥੀਜ਼ ਆਰ ਦਾ ਰੀਜ਼ਨਸ। ਲਾਸਟ ਇਜ਼ ਡਾਇਗਨਲ ਰਿਲੇਸ਼ਨਸ਼ਿਪ, ਅਗੇਨ ਇੰਪੋਰਟੈਂਟ, ਪੇਪਰ 'ਚ ਆਉਂਦੀ ਹੈ ਡੈਫੀਨੇਸ਼ਨ ਡਾਇਗਨਲ ਰਿਲੇਸ਼ਨਸ਼ਿਪ ਐਂਡ ਇਟਸ ਕੌਜ਼। ਡਾਇਗਨਲ ਰਿਲੇਸ਼ਨਸ਼ਿਪ, ਹੁਣ ਤੁਸੀਂ ਦੇਖੋ ਜਦੋਂ ਆਪਾਂ ਅਸੈਂਬਲੀ 'ਚ ਖੜ੍ਹਦੇ ਹਾਂ ਤਾਂ ਆਪਾਂ ਅਸੈਂਬਲੀ 'ਚ ਕਿਵੇਂ ਖੜ੍ਹਦੇ ਹਾਂ, ਸਭ ਤੋਂ ਪਹਿਲਾਂ ਇਹ ਸਮੋਲੈਸਟ ਪਰਸਨ ਹੋ ਗਿਆ ਤੇ ਇੱਧਰ ਨੂੰ ਹਾਈਟ ਕੀ ਕਰ ਰਹੀ ਹੈ ਇਨਕਰੀਜ਼। ਫਿਰ ਸੈਕਿੰਡ ਰੋ ਦੇ ਵਿੱਚ ਵੀ ਸਮੋਲੈਸਟ ਪਰਸਨ ਹੈ ਤੇ ਹਾਈਟ ਕੀ ਕਰ ਰਹੀ ਹੈ ਇਨਕਰੀਜ਼। ਤੁਸੀਂ ਦੇਖੋਗੇ ਸਾਰੇ ਸਮੋਲੈਸਟ ਨੇ, ਤੇ ਜੇ ਤੁਸੀਂ ਇੱਥੇ ਡਾਇਗਨਲੀ ਜਾਓਗੇ ਨਾ ਤਾਂ ਡਾਇਗਨਲੀ ਉਹ ਬੱਚੇ ਆਉਣਗੇ ਜਿਨ੍ਹਾਂ ਦੀ ਹਾਈਟ ਅਪਰੋਕਸੀਮੇਟ ਸੇਮ ਹੋਏਗੀ, ਠੀਕ ਹੈ। ਅਪਰੋਕਸੀਮੇਟਲੀ ਕੀ ਹੋ ਜਾਏਗੀ ਸੇਮ ਹੋ ਜਾਏਗੀ। ਹੁਣ ਜਦੋਂ ਉਹਨਾਂ ਦੀ ਹਾਈਟ ਅਪਰੋਕਸੀਮੇਟਲੀ ਸੇਮ ਆ ਗਈ ਤੇ ਕਿਹੜੀ ਪੋਜੀਸ਼ਨ 'ਚ ਖੜੇ ਆ ਡਾਇਗਨਲ, ਤੇ ਇਹਨਾਂ 'ਚ ਕਿਹੜੀ ਰਿਲੇਸ਼ਨਸ਼ਿਪ ਹੋ ਗਈ ਡਾਇਗਨਲ ਰਿਲੇਸ਼ਨਸ਼ਿਪ, ਕਿ ਜਿਹੜੇ ਬੱਚੇ ਡਾਇਗਨਲੀ ਖੜੇ ਆ ਉਹਨਾਂ ਦੀ ਹਾਈਟ ਕੀ ਆ ਆਲਮੋਸਟ ਸੇਮ ਹੈ। ਹੁਣ ਇਹ ਚੀਜ਼ ਆਪਣੇ ਕੋਲੇ ਇੱਥੇ ਐਲੀਮੈਂਟਸ ਦੇ ਵਿੱਚ ਪੀਰੀਓਡਿਕ ਟੇਬਲ ਦੇ ਵਿੱਚ ਹੈ ਕਿ ਜਦੋਂ ਆਪਾਂ ਡਾਊਨ ਦਾ ਗਰੁੱਪ ਜਾਂਦੇ ਆ ਆਇਨਾਈਜੇਸ਼ਨ ਐਂਥੈਲਪੀ ਕੀ ਕਰ ਰਹੀ ਹੈ ਡਿਕਰੀਜ਼। ਜਦੋਂ ਤੁਸੀਂ ਪੀਰੀਅਡ 'ਚ ਮੂਵ ਕਰ ਰਹੇ ਹੋ ਆਇਨਾਈਜੇਸ਼ਨ ਐਂਥੈਲਪੀ ਕੀ ਕਰ ਰਹੀ ਹੈ ਇਨਕਰੀਜ਼। ਜੇ ਤੁਸੀਂ ਡਾਇਗਨਲੀ ਮੂਵ ਕਰੋਗੇ ਤਾਂ ਆਇਨਾਈਜੇਸ਼ਨ ਐਂਥੈਲਪੀ ਅਪਰੋਕਸੀਮੇਟਲੀ ਕੀ ਹੋ ਜਾਏਗੀ ਸੇਮ ਹੋ ਜਾਏਗੀ। ਸੇਮ ਅਟੋਮਿਕ ਸਾਈਜ਼ ਦਾ, ਅਟੋਮਿਕ ਸਾਈਜ਼ ਇਨਕਰੀਜ਼ ਕਰ ਰਿਹਾ, ਇੱਧਰ ਅਟੋਮਿਕ ਸਾਈਜ਼ ਡਿਕਰੀਜ਼ ਕਰ ਰਿਹਾ, ਤਾਂ ਡਾਇਗਨਲੀ ਅਟੋਮਿਕ ਸਾਈਜ਼ ਕੀ ਹੋ ਜਾਏਗਾ ਅਪਰੋਕਸੀਮੇਟਲੀ ਸੇਮ। ਇਲੈਕਟ੍ਰੋਨ ਗੇਨ ਐਂਥੈਲਪੀ ਦਾ ਵੀ ਇਹੀ ਹੋ ਜਾਏਗਾ, ਠੀਕ ਹੈ। ਤਾਂ ਮਤਲਬ ਜਦੋਂ ਡਾਇਗਨਲੀ ਜਿਹੜੇ ਐਲੀਮੈਂਟਸ ਹੈਗੇ ਆ, ਠੀਕ ਹੈ, ਔਰ ਇਹ ਡਾਇਗਨਲ ਰਿਲੇਸ਼ਨਸ਼ਿਪ ਸਿਰਫ ਤੇ ਸਿਰਫ ਸੈਕਿੰਡ ਤੇ ਥਰਡ ਪੀਰੀਅਡ ਦੇ ਐਲੀਮੈਂਟਸ ਵਿੱਚ ਹੀ ਹੁੰਦੀ ਹੈ, ਬਾਕੀਆਂ 'ਚ ਨਹੀਂ ਹੁੰਦੀ, ਠੀਕ ਹੈ। ਤੇ ਜਿਹੜੇ ਡਾਇਗਨਲੀ ਐਲੀਮੈਂਟਸ ਪ੍ਰੈਜ਼ੈਂਟ ਆ ਉਹਨਾਂ ਦੀਆਂ ਪ੍ਰੋਪਰਟੀਜ਼ ਅਪਰੋਕਸੀਮੇਟਲੀ ਕੀ ਹੋ ਰਹੀਆਂ ਸੇਮ, ਤੇ ਇਸੇ ਚੀਜ਼ ਨੂੰ ਹੀ ਆਪਾਂ ਕੀ ਕਹਿੰਦੇ ਆ ਡਾਇਗਨਲ ਰਿਲੇਸ਼ਨਸ਼ਿਪ। ਇਸੇ ਚੀਜ਼ ਨੂੰ ਕੀ ਕਹਿੰਦੇ ਆਪਾਂ ਡਾਇਗਨਲ ਰਿਲੇਸ਼ਨਸ਼ਿਪ, ਠੀਕ ਹੈ। ਡਾਇਗਨਲ ਰਿਲੇਸ਼ਨਸ਼ਿਪ ਦੀ ਜਿਵੇਂ ਹੁਣ ਤੁਹਾਡੇ ਕੋਲੇ ਡੈਫੀਨੇਸ਼ਨ ਆ ਜਾਏਗੀ, ਤਾਂ ਡੈਫੀਨੇਸ਼ਨ ਕੀ ਬਣਦੀ ਹੈ ਆਪਣੇ ਕੋਲੇ ਸਿਮਿਲਰਿਟੀ in the properties of elements present diagonally in the periodic table। ਔਰ ਇਹ ਡਾਇਗਨਲ ਰਿਲੇਸ਼ਨਸ਼ਿਪ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸੈਕਿੰਡ ਤੇ ਥਰਡ ਪੀਰੀਅਡ ਦੇ ਐਲੀਮੈਂਟਸ ਵਿੱਚ, ਉਸ ਤੋਂ ਬਾਅਦ ਵਾਲਿਆਂ 'ਚ ਨਹੀਂ ਹੁੰਦੀ। ਅਗੇਨ ਦੈਟ ਇਜ਼ ਡਿਊ ਟੂ ਕਿ ਉੱਥੇ ਡੀ ਸਬ ਸ਼ੈਲ ਇੰਟਰੋਡਿਊਸ ਹੋ ਜਾਂਦਾ, ਐਫ ਸਬ ਸ਼ੈਲ ਆ ਜਾਂਦਾ, ਤਾਂ ਉਹ ਰਿਐਕਟੀਵਿਟੀਜ਼ ਨੂੰ ਅਫੈਕਟ ਕਰਦੇ ਆ, ਠੀਕ ਹੈ। ਤਾਂ ਉਹਦੇ ਕਰਕੇ ਸੈਕਿੰਡ ਤੇ ਥਰਡ ਦੀ ਜਿਹੜੀ ਕੈਮਿਸਟਰੀ ਹੈ ਥੋੜ੍ਹੀ ਜਿਹੀ ਸਿੰਪਲ ਹੈ। ਤਾਂ ਇਹਨਾਂ ਦੇ ਵਿੱਚ ਜਿਹੜੇ ਡਾਇਗਨਲੀ ਐਲੀਮੈਂਟਸ ਪ੍ਰੈਜ਼ੈਂਟ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਵਿੱਚ ਕੀ ਹੈ ਸਿਮਿਲਰਿਟੀ ਹੈ। ਪ੍ਰੋਪਰਟੀਜ਼ ਕਿਹੜੀਆਂ ਹੋ ਗਈਆਂ ਆਇਨਾਈਜੇਸ਼ਨ ਐਂਥੈਲਪੀ, ਸਾਈਜ਼ ਹੋ ਗਿਆ, ਇਲੈਕਟ੍ਰੋਨ ਗੇਨ ਐਂਥੈਲਪੀ ਹੋ ਗਈ, ਇਲੈਕਟ੍ਰੋਨੈਗੇਟਿਵਿਟੀ ਹੋ ਗਈ, ਆਇਨਿਕ ਰੇਡੀਅਸ ਹੋ ਗਿਆ। ਇਹਨਾਂ ਸਾਰੀਆਂ ਪ੍ਰੋਪਰਟੀਜ਼ ਦੇ ਵਿੱਚ ਕੀ ਹੋ ਜਾਂਦੀ ਹੈ ਸਿਮਿਲਰਿਟੀ ਆ ਜਾਂਦੀ ਆ, ਮੀਨਸ ਵੈਲਿਊਜ਼ ਅਪਰੋਕਸੀਮੇਟਲੀ ਸੇਮ ਹੋ ਜਾਂਦੀਆਂ, ਠੀਕ ਹੈ। ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਡਾਇਗਨਲ ਰਿਲੇਸ਼ਨਸ਼ਿਪ। ਐਗਜ਼ਾਮਪਲਸ ਆ ਜਿਵੇਂ ਤੁਹਾਡੇ ਕੋਲੇ ਲੀਥੀਅਮ ਤੇ ਮੈਗਨੀਸ਼ੀਅਮ ਦੀ ਹੋ ਗਈ,
ਠੀਕ ਹੈ, ਕਲੀਅਰ। ਇਹ ਜਿਹੜੀਆਂ ਆਪਣੇ ਕੋਲੇ ਹੈਗੀਆਂ ਐਸ ਤੇ ਪੀ ਬਲੋਕ ਦੀਆਂ ਹੀ ਕਹਿ ਲਓ ਕਿ ਆਪਣੇ ਕੋਲੇ ਜਿਹੜੀਆਂ ਹੈਗੀਆਂ ਡਾਇਗਨਲ ਰਿਲੇਸ਼ਨਸ਼ਿਪ ਹੋਊਗੀ ਸੈਕਿੰਡ ਤੇ ਥਰਡ ਐਲੀਮੈਂਟ ਦੀ, ਠੀਕ ਹੈ, ਕਿਉਂਕਿ ਆਪਣਾ ਜਿਹੜਾ ਹੈਗਾ ਡੀ ਬਲੋਕ ਉਹ 4th ਤੋਂ ਸ਼ੁਰੂ ਹੁੰਦਾ, ਠੀਕ ਹੈ। ਤਾਂ ਉੱਥੇ ਆ ਕੇ ਡਾਇਗਨਲ ਰਿਲੇਸ਼ਨਸ਼ਿਪ ਕਿਉਂਕਿ ਡੀ ਬਲੋਕ ਇੰਟਰੋਡਿਊਸ ਹੋ ਜਾਂਦਾ ਤਾਂ ਫਿਰ ਉੱਥੇ ਡਾਇਗਨਲ ਰਿਲੇਸ਼ਨਸ਼ਿਪ ਹੈ ਜਿਹੜੀ ਉਹ ਵਰਕ ਨਹੀਂ ਕਰਦੀ ਕਿਉਂਕਿ ਉਹਦੀਆਂ ਪ੍ਰੋਪਰਟੀਜ਼ ਵੀ ਵਿੱਚ ਆ ਜਾਂਦੀਆਂ, ਠੀਕ ਹੈ। ਬੇਰੀਲੀਅਮ ਤੇ ਐਲੂਮੀਨੀਅਮ, ਇਹਦੇ ਚੋਂ ਕੁਐਸਚਨ डिफाइन डायगनल रिलेशनशिप एंड डिस्कस इट्स कॉज मैं दस दिनी हाँ, सिंपल है, ठीक है। डिफाइन आती है दी इंपॉर्टेंट है जी, ਜਾਂ MCQ आ जाता है कि विच ऑफ द फॉलोइंग पेयर शोज डायगनल रिलेशनशिप, तो ये लीथियम मैगनीशियम का पेयर हो गया अपने कोले, ठीक है। दैन अपने कोले बेरिलियम एलूमीनीयम का हो गया, ये दोनों फेमस ने जोड़े कि डायगनल रिलेशनशिप मैक्सीमम शो करते हैं, ठीक है। कॉज हुण तुसीं ये देखो कॉज की है कि तुसी यही कि जिहड़ी अपनी आयनाइजेशन एंथैल्पी आ वो इधर नूं डिक्रीज़ कर रही है डाउन द ग्रुप, अलोंग द पीरियड इनक्रीज़ कर रही है, तो इहदा जिहड़ा डायगनली इफैक्ट आ वो की हो जाता है, कैंसल आउट हो जाता है। तो तुसी की लिखोगे कि कॉज ऑफ डायगनल रिलेशनशिप इज़ कि प्रॉपर्टीज़ वैल्यूज़ इनक्रीजिंग टुवर्ड्स द ग्रुप और डिक्रीजिंग एंड रिवर्स इज़ इन द केस ऑफ पीरियड, तो डायगनली देयर इफैक्ट इज़ कैंसल ईच अदर, ठीक है। तो वो एक दूजे के इफैक्ट नूं की कर देंदी है, कैंसल कर देंदी है डायगनली। जो कैंसल हो जाता है इफैक्ट तो वो की रह जाता है, सेम रह जाती है वैल्यू, ना इनक्रीज़ करती है ना ही वो डिक्रीज़ करती है। सो दिस इज़ ऑल अबाउट योर थर्ड चैप्टर, ठीक है। बाकी जड़ियाँ चीज़ां हैगियां वो तुसीं डिटेल च पढ़ लैणियां बुक चों, जे कुछ ना पता लगे तो पुछ लेना।